ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਵਰਤੀ ਦੋਸਤੋ। ਮੈਂ ਤੁਹਾਡਾ ਦੋਸਤ ਤੇ ਹੋਸਟ ਸੁਰਿੰਦਰ ਮਚਾਕੀ ਬਾਬਾ ਫਰੀਦ ਦੀ ਨਗਰੀ ਤੋਂ ਲੈ ਕੇ ਹਾਜ਼ਰ ਹਾਂ। ਸੁਰਿੰਦਰ ਮਚਾਕੀ ਲਾਈਵ ਪਰਤ ਦਰ ਪਰਤ। ਦੋਸਤੋ, ਅੱਜ ਕੱਲ੍ਹ ਇੱਕ ਚਿੱਠੀ ਦੀ ਬੜੀ ਚਰਚਾ ਹੈ। ਚਿੱਠੀ ਇੱਕ ਬੇਟੀ ਨੇ ਆਪਣੇ ਬਾਪ ਨੂੰ ਲਿਖੀ ਹੈ ਅਤੇ ਇਸ ਚਿੱਠੀ ਨੇ ਬਾਪ ਦੀ ਲਿਖੀ ਚਿੱਠੀ ਵੀ ਚੇਤੇ ਕਰਵਾ ਦਿੱਤੀ ਹੈ। ਇਹ ਉਸ ਦੌਰ ਦੀ ਗੱਲ ਹੈ ਜਦੋਂ ਹਥਿਆਰਾਂ ਦਾ ਵਾਰਾ ਪਹਿਰਾ ਸੀ ਅਤੇ ਪਰਿੰਦੇ ਵੀ ਪਰ ਮਾਰਨ ਦੀ ਹਿੰਮਤ ਨਹੀਂ ਜੁਟਾ ਸਕਦੇ ਸੀ। ਤਾਂ ਇਨਕਲਾਬੀ ਮੋਰਚੇ ਦੇ ਜਾਂਬਾਜ਼ ਸਿਪਾਹੀ ਬਲਦੇਵ ਸਿੰਘ ਮਾਨ ਨੇ ਉਹਨਾਂ ਦਿਨਾਂ ਦੇ ਵਿੱਚ ਆਪਣੀ ਅਣਜੰਮੀ ਬੇਟੀ ਦੇ ਨਾਂ 'ਤੇ ਇੱਕ ਚਿੱਠੀ ਲਿਖੀ ਸੀ। ਉਹ ਚਿੱਠੀ ਉਹਨਾਂ ਦਿਨਾਂ ਦੇ ਵਿੱਚ ਕਾਫੀ ਚਰਚਿਤ ਹੋਈ। ਬਹੁਤ ਸਾਰੇ ਮੈਗਜ਼ੀਨਾਂ ਅਖਬਾਰਾਂ ਦਾ ਸ਼ਿੰਗਾਰ ਬਣੀ ਔਰ ਉਹ ਇਤਿਹਾਸਕ ਦਸਤਾਵੇਜ਼ ਜਿਹੜੀ ਹੈਗੀ ਆ ਅੱਜ ਵੀ ਚਰਚਿਤ ਹੈ। ਸ਼ਹੀਦ ਬਲਦੇਵ ਸਿੰਘ ਮਾਨ ਵੱਲੋਂ ਆਪਣੀ ਨਵਜੰਮੀ ਧੀ ਦੇ ਨਾਂ ਲਿਖੀ ਚਿੱਠੀ ਕੌਮਾਂਤਰੀ ਪੱਧਰ 'ਤੇ ਚਰਚਿਤ ਹੋਈ ਸੀ। ਇਸ ਦੀ ਅੱਜ ਵੀ ਉਨੀ ਮਹੱਤਤਾ ਜਿੰਨੀ ਉਦੋਂ ਸੀ। ਇੰਨੇ ਦਿਨੀ ਉਸ ਦੀ ਬੇਟੀ ਸੋਨੀਆ ਮਾਨ ਦੀ ਬਾਪ ਸ਼ਹੀਦ ਮਾਨ ਦੇ ਨਾਲ ਲਿਖੀ ਚਿੱਠੀ ਦੀ ਖਾਸੀ ਚਰਚਾ ਹੈ। ਅਤੇ ਸੋਨੀਆ ਦੀ ਚਿੱਠੀ ਤੋਂ ਪਹਿਲਾਂ ਬਾਪ ਦੀ ਚਿੱਠੀ ਜਿਹੜੀ ਹੈਗੀ ਆ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਇਹ ਸ਼ਹੀਦ ਬਲਦੇਵ ਸਿੰਘ ਮਾਨ ਦਾ ਆਖਰੀ ਖੱਤ ਹੈ। ਇਹ ਉਹਨਾਂ ਨੇ ਆਪਣੀ ਨਵਜਨਮੀ ਬੱਚੀ ਨੂੰ ਸੰਬੋਧਨ ਕਰਕੇ ਲਿਖਿਆ। ਨਵਾਂ ਸ਼ਹਿਰ ਦੇ ਇਲਾਕੇ ਦੇ ਕਿਸਾਨ ਘੋਲ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਸਾਥੀ ਮਾਨ ਆਪਣੀ ਜੀਵਨ ਸਾਥਣ ਦੀ ਖਬਰਸਾਰ ਲੈਣ ਦਾ ਕਾਰਜ ਵੀ ਕਾਫੀ ਪਿੱਛੇ ਪਾ ਦਿੱਤਾ ਸੀ ਅਤੇ ਉਹ ਉਹਨਾਂ ਦਿਨਾਂ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਵਿਚਰ ਰਹੇ ਸਨ। ਅਤੇ ਉਹਨਾਂ ਦੀ ਇਨਕਲਾਬੀ ਅਤੇ ਮਨੁੱਖਵਾਦੀ ਜਜ਼ਬਾਤਾਂ ਅਤੇ ਭਾਵਨਾਵਾਂ ਨਾਲ ਭਰਪੂਰ ਦੂਰੋਂ ਬੈਠੇ ਆਪਣੀ ਨਿੱਕੀ ਜਿਹੀ ਬੱਚੀ ਨਾਲ ਗੱਲਾਂ ਕਰਦਿਆਂ ਉਹ ਗੱਲਾਂ ਲਾਜ਼ਮੀ ਸਮਝੀਆਂ ਜਿਹੜੀਆਂ ਇਸ ਚਿੱਠੀ ਦੇ ਵਿੱਚ ਜ਼ਿਕਰ ਨੇ। ਔਰ ਪਿਓ ਵੱਲੋਂ ਧੀ ਨੂੰ ਲਿਖਿਆ ਹੋਇਆ ਭਾਵਨਾ ਭਰਪੂਰ ਖੱਤ ਹੀ ਨਹੀਂ ਸਗੋਂ ਇੱਕ ਮਹੱਤਵਪੂਰਨ ਇਨਕਲਾਬੀ ਦਸਤਾਵੇਜ਼ ਬਣ ਗਿਆ। ਇਸ ਖੱਤ ਵਿੱਚ ਉਸ ਸਮੇਂ ਦੀ ਸਿਆਸਤ, ਫਿਰਕਾਪ੍ਰਸਤੀ, ਦਹਿਸ਼ਤਗਰਦੀ ਅਤੇ ਪਿਛਾਂਹ ਖਿੱਚੂ ਰੀਤੀ ਰਿਵਾਜਾਂ ਉੱਪਰ ਕੀਤੀ ਗਈ ਸੰਖੇਪ ਪਰ ਅਰਥ ਭਰਪੂਰ ਟਿੱਪਣੀ ਕਿਸੇ ਵੀ ਵਿਆਖਿਆ ਦਾ ਮੁਹਤਾਜ ਨਹੀਂ ਹੈ। ਇਹ ਖੱਤ ਮਹੱਤਵਪੂਰਨ ਸਾਹਿਤਕ ਸਿਆਸੀ ਦਸਤਾਵੇਜ਼ ਬਣ ਚੁੱਕਿਆ। ਪੰਜਾਬੀ, ਹਿੰਦੀ ਅਤੇ ਉਰਦੂ ਦੇ ਬਹੁਤ ਸਾਰੀਆਂ ਅਖਬਾਰਾਂ ਨੇ ਇਸ ਖੱਤ ਨੂੰ ਖਾਸ ਸਥਾਨ ਦੇ ਕੇ ਛਾਪਿਆ ਸੀ। ਪਰ ਇਹ ਖੱਤ ਸਿਰਫ ਪੰਜਾਬੀ ਸ਼ਬਦ ਅਖਬਾਰਾਂ ਤੱਕ ਸੀਮਿਤ ਨਹੀਂ ਰਿਹਾ ਸਗੋਂ ਦੇਸ਼ ਪ੍ਰਦੇਸ਼ ਸਮੇਤ ਬਹੁਤ ਸਾਰੇ ਅਖਬਾਰਾਂ ਨੇ ਇਸ ਨੂੰ ਪ੍ਰਕਾਸ਼ਿਤ ਕੀਤਾ। ਕੇਰਲਾ ਇੱਕ ਪ੍ਰਸਿੱਧ ਅਖਬਾਰ ਨੇ ਇਸ ਖੱਤ ਨੂੰ ਪ੍ਰਕਾਸ਼ਿਤ ਕੀਤਾ ਜਿਸ ਦਾ ਸਿਰਲੇਖ ਸੀ ਕੁਰੂਕਸ਼ੇਤਰ ਦੇ ਮੈਦਾਨ ਤੋਂ ਪਿਓ ਦਾ ਧੀ ਦੇ ਨਾਂ ਖੱਤ। ਮਰਾਠੀ ਦੇ ਇੱਕ ਇਨਕਲਾਬੀ ਪਰਚੇ ਨੇ ਮੁੱਖ ਪੰਨੇ ਉੱਪਰ ਇਸ ਨੂੰ ਪ੍ਰਕਾਸ਼ਿਤ ਕੀਤਾ ਸੀ। ਅੰਗਰੇਜ਼ੀ ਅਖਬਾਰ ਇੰਡੀਅਨ ਐਕਸਪ੍ਰੈਸ ਨੇ ਵੀ ਜਿਹੜਾ ਇਹਨੂੰ ਆਪਣੇ ਮੁੱਖ ਪੰਨੇ 'ਤੇ ਲਿਆ ਸੀ। ਅਤੇ ਇਹ ਚਿੱਠੀ ਜਿਹੜੀ ਹੈਗੀ ਆ ਅੱਜ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ। ਤੈਨੂੰ ਜੀ ਆਇਆਂ ਆਖਦਾ ਹਾਂ ਮੇਰੀ ਪਿਆਰੀ ਬੱਚੀ, ਅੱਜ ਹੀ ਤੇਰੇ ਜਨਮ ਦੀ ਖਬਰ ਤੇਰੀ ਦਾਦੀ ਤੋਂ ਪ੍ਰਾਪਤ ਹੋਈ। ਤੇਰੀ ਦਾਦੀ ਨੇ ਖਬਰ ਓਨੀ ਖੁਸ਼ੀ ਨਾਲ ਨਹੀਂ ਦੱਸੀ ਜਿੰਨੀ ਖੁਸ਼ੀ ਨਾਲ ਇਹ ਖਬਰ ਉਸਨੇ ਤੇਰੇ ਥਾਂ ਜੇ ਲੜਕਾ ਪੈਦਾ ਹੋਇਆ ਹੁੰਦਾ ਤਾਂ ਦੱਸਣੀ ਸੀ। ਘਰ ਦਾ ਮਾਹੌਲ ਇਤਨਾ ਖੁਸ਼ਗਵਾਰ ਨਹੀਂ ਹੋਇਆ ਤੇਰੇ ਜਨਮ ਨਾਲ ਕਿਉਂ ਜੋ ਤੂੰ ਲੜਕੀ ਹੈ। ਸੋਗੀ ਜੇ ਢੰਗ ਨਾਲ ਤੇਰੀਆਂ ਤਾਈਆਂ ਨੇ ਕਿਹਾ, ਅੱਛਾ ਗੁੱਡੀ ਆ ਗਈ। ਸ਼ਾਇਦ ਜਿਸ ਤਰ੍ਹਾਂ ਮੇਰੇ ਨਾਲ ਕੁਦਰਤ ਵੱਲੋਂ ਕੋਈ ਧੱਕਾ ਹੋਇਆ ਹੋਵੇ ਇਸ ਤਰ੍ਹਾਂ ਦੇ ਮਾਹੌਲ ਵਿੱਚ ਤੇਰੇ ਆਪਣੇ ਬਾਰੇ ਮੈਥੋਂ ਪੁੱਛਿਆ ਜਾ ਰਿਹਾ ਸੀ। ਤੇਰੇ ਤਾਇਆਂ ਨੇ ਇਸ ਉੱਤੇ ਅੱਜ ਮੇਰੇ ਨਾਲ ਕੋਈ ਟਿੱਪਣੀ ਨਹੀਂ ਕੀਤੀ। ਸ਼ਾਇਦ ਉਹ ਇਸ ਬਾਰੇ ਕੁਝ ਵੀ ਨਾ ਕਹਿਣਾ ਬਿਹਤਰ ਸਮਝਦੇ ਨੇ। ਕੁਝ ਕਾਮਰੇਡ ਦੋਸਤ ਜੋ ਮੇਰੀ ਵਿਚਾਰਧਾਰਾ ਤੋਂ ਵਾਕਫ ਨੇ ਜਾਂ ਇਸ ਤਰ੍ਹਾਂ ਕਹਿ ਲਵੋ ਕਿ ਮੇਰੀ ਸੋਚ ਦੇ ਸਾਥੀ ਨੇ ਤੇਰੇ ਜਨਮ ਦੀ ਖੁਸ਼ੀ ਦੀ ਮੁਬਾਰਕਬਾਦ ਦੇਣਗੇ ਅਤੇ ਮੈਥੋਂ ਤੇਰੇ ਜਨਮ ਦੀ ਖੁਸ਼ੀ ਵਿੱਚ ਪਾਰਟੀ ਮੰਗਣਗੇ। ਤੇਰੀ ਦਾਦੀ ਨੇ ਤੇਰੇ ਨਾਨਕਿਆਂ ਵੱਲੋਂ ਭੇਜੇ ਵਧਾਈ ਅਤੇ ਪੈਸਿਆਂ 'ਤੇ ਵੀ ਹੈਰਾਨੀ ਪ੍ਰਗਟ ਕੀਤੀ ਅਤੇ ਹੈਰਾਨੀ ਭਰੇ ਲਹਿਜੇ ਵਿੱਚ ਪੁੱਛਿਆ, ਕੁੜੀਆਂ ਦੀ ਕਾਹਦੀ ਵਧਾਈ ਹੁੰਦੀ ਹੈ ਭੈਣ। ਉਸ ਨੂੰ ਇਹ ਗਮ ਹੈ ਕਿ ਉਸ ਦਾ ਪੁੱਤਰ ਵਧਿਆ ਨਹੀਂ ਸਗੋਂ ਉਹ ਤਾਂ ਹੋਰ ਘਟਿਆ ਹੈ।
ਵਧਿਆ ਤੇ ਉਹ ਤਾਂ ਹੁੰਦਾ ਜੇ ਉਹਦੇ ਘਰ ਪੁੱਤ ਹੁੰਦਾ। ਮੇਰੀ ਬੱਚੀ, ਮੈਨੂੰ ਇਸ ਸਭ ਕਾਸੇ ਤੋਂ ਕੁਝ ਹੈਰਾਨੀ ਨਹੀਂ ਹੋਈ। ਮੈਨੂੰ ਪਤਾ ਹੈ ਕਿ ਇਹ ਬਹੁਤ ਡੂੰਘਾਈ ਵਿੱਚ ਇਸ ਬਾਰੇ ਗਿਆਨ ਹੈ। ਮੌਜੂਦਾ ਪ੍ਰਬੰਧ ਵਿੱਚ ਲੜਕੀ ਇੱਕ ਬੋਝ ਸਮਝੀ ਜਾਂਦੀ ਹੈ, ਕਰਜ਼ੇ ਦਾ ਭਾਰ ਸਮਝੀ ਜਾਂਦੀ ਹੈ। ਮੈਂ ਬਹੁਤ ਕੁਝ ਪੜ੍ਹਿਆ ਸੁਣਿਆ ਹੈ ਇਸ ਵਿਸ਼ੇ 'ਤੇ, ਜੋ ਅੱਜ ਮੈਂ ਅਮਲੀ ਰੂਪ ਦੇ ਵਿੱਚ ਇਸ ਆਪਣੇ ਅਨੁਭਵ ਤੇ ਅਹਿਸਾਸ ਨੂੰ ਹੰਢਾ ਰਿਹਾ ਹਾਂ। ਇਸ ਤੋਂ ਵੱਡਾ ਗਮ ਸ਼ਾਇਦ ਤੇਰੀ ਦਾਦੀ ਨੂੰ ਇਸ ਕਰਕੇ ਵੀ ਹੋ ਸਕਦਾ ਹੈ ਕਿਉਂਕਿ ਮੈਂ ਉਸ ਦੀਆਂ ਨਜ਼ਰਾਂ ਵਿੱਚ ਬੇਕਮਾਊ, ਵਿਹਲੜ ਤੇ ਸ਼ਾਇਦ ਨਿਕੰਮਾ ਵੀ ਹਾਂ। ਇਸ ਲਈ ਤੈਨੂੰ ਕਿਸੇ ਕਮਾਊ ਕਾਮੇ ਬਾਪ ਦੀ ਧੀ ਬਣਨਾ ਚਾਹੀਦਾ ਸੀ। ਚਲੋ, ਇਹ ਸਮਾਜ ਦਾ ਵਰਤਾਰਾ ਸਦੀਆਂ ਤੋਂ ਚੱਲਦਾ ਆ ਰਿਹਾ ਹੈ। ਔਰਤ ਦੀ ਗੁਲਾਮੀ ਦਾ ਇਹ ਵਰਤਾਰਾ ਜੋ ਜ਼ਗੀਰਦਾਰੀ ਪ੍ਰਬੰਧ ਅਤੇ ਸਰਮਾਏਦਾਰੀ ਪ੍ਰਬੰਧ ਦੀ ਹੀ ਪੈਦਾਵਾਰ ਹੈ। ਮੇਰੀ ਬੱਚੀ, ਤੇਰਾ ਬਾਪ ਨਾ ਨਿਕੰਮਾ ਹੈ ਨਾ ਬੇਕਮਾਊ ਹੈ। ਉਹ ਇਸ ਸਮਾਜ ਨੂੰ ਬਦਲਣ ਦੀ ਇੱਕ ਜੰਗ ਲੜ ਰਿਹਾ, ਜਿਸ ਸਮਾਜ ਵਿੱਚ ਤੇਰੇ ਜਨਮ ਇੱਕ ਖੁਸ਼ੀ ਭਰੀ ਖਬਰ ਨਹੀਂ ਸਗੋਂ ਸੋਗ ਭਰੀ ਘਟਨਾ ਤਸੱਵਰ ਕੀਤਾ ਜਾਂਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬਹੁਤ ਅਗਾਂਹ ਵਧੂ ਵਿਚਾਰਾਂ ਦੇ ਲੋਕ ਨੇ ਜੋ ਸਮਾਜ ਲਈ ਰਾਹ ਦਰਸਾਊ ਤੇ ਨਾਇਕ ਦੇ ਤੌਰ 'ਤੇ ਪੇਸ਼ ਆਉਂਦੇ ਰਹੇ, ਪਰ ਅਮਲੀ ਜ਼ਿੰਦਗੀ ਵਿੱਚ ਉਹਨਾਂ ਨੇ ਆਪਣੀਆਂ ਧੀਆਂ ਨਾਲ ਉਹ ਸਲੂਕ ਕੀਤਾ ਜੋ ਪਿਛਾਂਹ ਖਿੱਚੂ ਤੋਂ ਪਿਛਾਂਹ ਖਿੱਚੂ ਵਿਅਕਤੀ ਵੀ ਕਰਦੇ ਨੇ। ਪਰ ਮੈਂ ਆਪਣੀ ਜ਼ਿੰਦਗੀ ਨੂੰ ਹਮੇਸ਼ਾ ਇਸ ਤਰ੍ਹਾਂ ਹੀ ਜੀਣ ਦਾ ਪ੍ਰਣ ਲਿਆ ਜਿਹਦੀ ਕਹਿਣੀ ਤੇ ਕਰਨੀ ਵਿੱਚ ਕੋਈ ਫਰਕ ਨਾ ਹੋਵੇ। ਪਿਆਰੀ ਬੱਚੀ, ਮੇਰੀ ਜ਼ਿੰਦਗੀ ਦਾ ਉਦੇਸ਼ ਤੇ ਮੇਰੇ ਵੱਲੋਂ ਲੜੀ ਜਾ ਰਹੀ ਜੰਗ ਸ਼ਾਇਦ ਤੈਨੂੰ ਬਹੁਤ ਦੇਰ ਨਾਲ ਵੱਡੀ ਹੋ ਕੇ ਸਮਝ ਆਵੇ। ਸ਼ਾਇਦ ਤੇਰੀ ਮਾਂ ਨੂੰ ਮੈਂ ਅਜੇ ਤੱਕ ਨਹੀਂ ਸਮਝ ਸਕਿਆ। ਮੇਰੀ ਜ਼ਿੰਦਗੀ ਦਾ ਸਮਾਂ ਜੋ ਉਸ ਦੀਆਂ ਨਜ਼ਰਾਂ ਵਿੱਚ ਬਰਬਾਦ ਕੀਤਾ ਜਾ ਰਿਹਾ ਹੈ, ਕਿੰਨੇ ਮਹਾਨ ਆਦਰਸ਼ ਦੇ ਲੇਖੇ ਲਾਇਆ ਜਾ ਰਿਹਾ ਹੈ। ਮੈਂ ਇੱਕ ਅਜਿਹੇ ਸਮਾਜ ਦੀ ਸਿਰਜਣਾ ਲਈ ਜੰਗ ਲੜ ਰਿਹਾ ਜਿਸ ਵਿੱਚ ਮਨੁੱਖ ਦੇ ਗਲ ਪਈਆਂ ਗੁਲਾਮੀ ਦੇ ਜੰਜੀਰਾਂ ਟੁੱਟ ਕੇ ਚਕਨਾਚੂਰ ਹੋ ਜਾਣ, ਦੱਬੇ ਕੁਚਲੇ ਲੋਕਾਂ ਨੂੰ ਇਸ ਧਰਤੀ ਦੇ ਸਵਰਗ ਪ੍ਰਾਪਤ ਹੋ ਸਕੇ। ਭੁੱਖ ਨਾਲ ਮਰ ਰਹੇ ਬੱਚੇ, ਜਿਸਮ ਵੇਚ ਕੇ ਪੇਟ ਭਰਦੀਆਂ ਔਰਤਾਂ, ਖੂਨ ਵੇਚ ਕੇ ਰੋਟੀ ਖਾਂਦੇ ਮਜ਼ਦੂਰ, ਕਰਜ਼ੇ ਦੀਆਂ ਪੰਡਾਂ ਥੱਲੇ ਨਪੀੜੇ ਕਿਸਾਨ, ਇਹਨਾਂ ਸਾਰਿਆਂ ਦੀ ਮੁਕਤੀ ਲਈ ਜੰਗ ਲੜੀ ਜਾ ਰਹੀ ਹੈ, ਜਿਸ ਵਿੱਚ ਤੇਰਾ ਬਾਪ ਆਪਣਾ ਨਿਮਾਣਾ ਹਿੱਸਾ ਪਾ ਰਿਹਾ ਹੈ। ਜਿਸ ਸਮੇਂ ਤੂੰ ਜਨਮ ਲਿਆ, ਪੰਜਾਬ ਦੀ ਧਰਤੀ ਫਿਰਕੂ ਲੀਹਾਂ 'ਤੇ ਵੰਡੀ ਪਈ ਹੈ। ਕਿਧਰੇ ਲੋਕ ਇਸ ਕਰਕੇ ਮਾਰੇ ਜਾ ਰਹੇ ਨੇ ਕਿਉਂ ਜੋ ਉਹਨਾਂ ਦੇ ਸਿਰਾਂ 'ਤੇ ਕੇਸ ਨਹੀਂ, ਉੱਧਰ ਇਸ ਕਰਕੇ ਜੀਂਦੇ ਸਾੜੇ ਜਾ ਰਹੇ ਨੇ ਕਿਉਂਕਿ ਉਹਨਾਂ ਦੇ ਸਿਰਾਂ 'ਤੇ ਕੇਸ ਹੈ। ਧਰਮ ਦੇ ਨਾਂ ਉੱਤੇ ਇਨਸਾਨੀਅਤ ਕਤਲ ਕੀਤੀ ਜਾ ਰਹੀ ਹੈ। ਲੋਕਾਂ ਨੂੰ ਵੰਡ ਕੇ ਆਪਸੀ ਖੂਨ ਦੀ ਹੋਲੀ ਖੇਡਣ ਵਿੱਚ ਲਾ ਕੇ ਸ਼ੈਤਾਨ ਦੂਰ ਬੈਠੇ ਹੱਸ ਰਹੇ ਹਨ। ਇਸ ਧਰਤੀ ਦੇ ਲੋਕ ਜਿੱਥੇ ਤੂੰ ਜਨਮ ਲਿਆ ਹੈ, ਮੇਰੀ ਬੱਚੀ, ਤੇਰਾ ਬਾਪ ਇਹਨਾਂ ਕਾਲੀਆਂ ਤਾਕਤਾਂ ਦੇ ਖਿਲਾਫ ਜੱਦੋ ਜਹਿਦ ਵਿੱਚ ਮਸਰੂਫ ਹੈ। ਕਾਲੀਆਂ ਤਾਕਤਾਂ ਇਸ ਧਰਤੀ ਤੋਂ ਚਾਨਣ ਨੂੰ ਅਲੋਪ ਕਰ ਦੇਣਾ ਚਾਹੁੰਦੀਆਂ ਨੇ, ਚਾਨਣ ਵੰਡਦੇ ਸੂਰਜਾਂ ਨੂੰ ਖਤਮ ਕਰ ਦੇਣੀਆਂ ਚਾਹੁੰਦੀਆਂ ਨੇ। ਇਹਨਾਂ ਦੀ ਸਾਜ਼ਿਸ਼ ਹੈ ਬੱਚੀਏ। ਇਹਨਾਂ ਸਾਜ਼ਿਸ਼ਾਂ ਵਿਰੁੱਧ ਜੰਗ ਲੜਦਿਆਂ ਸ਼ਹਾਦਤਾਂ ਜ਼ਰੂਰੀ ਨੇ। ਮੈਂ ਨਹੀਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਮੈਂ ਵੀ ਕਿਰਨਾਂ ਵੰਡਦਾ ਹੋਇਆ ਇਹਨਾਂ ਹੱਥੋਂ ਸ਼ਹੀਦ ਨਹੀਂ ਹੋ ਸਕਦਾ। ਕੁਝ ਵੀ ਹੋਵੇ ਮੇਰੀ ਬੱਚੀਏ, ਤੈਨੂੰ ਹਮੇਸ਼ਾ ਆਪਣੀ ਜ਼ਿੰਦਗੀ ਵਿੱਚ ਇਸ 'ਤੇ ਮਾਣ ਹੋਵੇਗਾ ਕਿ ਤੂੰ ਇੱਕ ਅਜਿਹੇ ਬਾਪ ਦੀ ਧੀ ਹੈ ਜਿਸ ਨੇ ਹਨੇਰਿਆਂ ਵਿਰੁੱਧ ਜੰਗ ਲੜੀ। ਸ਼ਾਇਦ ਤੇਰੀ ਜ਼ਿੰਦਗੀ ਵਿੱਚ ਮੈਂ ਉਹ ਸਹੂਲਤਾਂ ਨਾ ਦੇ ਸਕਾਂ, ਨਾ ਹੀ ਉਹ ਜ਼ਿੰਮੇਵਾਰੀਆਂ ਪੂਰੀਆਂ ਕਰ ਸਕਾਂ ਜੋ ਇੱਕ ਬਾਪ ਨੂੰ ਬੱਚਿਆਂ ਲਈ ਕਰਨੀਆਂ ਚਾਹੀਦੀਆਂ ਨੇ। ਪਰ ਮੇਰੇ ਅਸੂਲਾਂ ਦੀ ਜਾਇਦਾਦ ਤੇਰੇ ਲਈ ਸਭ ਤੋਂ ਵੱਡਮੁੱਲੀ ਹੋਵੇਗੀ। ਤੂੰ ਇੱਕ ਅਜਿਹੇ ਚਿਰਾਗ ਜੋ ਪੈਦਾ ਹੋਈ ਜੋਤੀ ਹੈ ਜਿਸਨੇ ਚਾਨਣ ਵੰਡਣਾ ਹੈ। ਵੇਖੀ ਕਿਤੇ ਅਜਿਹੇ ਸ਼ੈਤਾਨਾਂ ਤੋਂ ਗਮਰਾਹ ਨਾ ਹੋ ਜਾਵੀਂ ਜੋ ਮਨੁੱਖਤਾ ਦੀਆਂ ਕੁੱਲੀਆਂ ਨੂੰ ਸਾੜ ਦੇਣ ਦੀਆਂ ਸਾਜ਼ਿਸ਼ਾਂ ਰਚਦੇ ਨੇ। ਜੰਗ ਮੇਰੇ ਲੋਕਾਂ ਦੀ ਜੰਗ ਅਵੱਸ਼ ਜਿੱਤੀ ਜਾਣੀ ਹੈ। ਸ਼ਾਇਦ ਤੈਨੂੰ ਉਹ ਕਾਲੇ ਪੈਰ ਨਾ ਹਨ ਨਸੀਬ ਹੋਣ ਜਿਸ 'ਚੋਂ ਅੱਜ ਮੇਰੇ ਲੋਕ ਗੁਜ਼ਰਦੇ ਨੇ। ਕੁਰਬਾਨੀਆਂ ਦੇ ਸਿਰ ਬੀਜ ਕੇ ਇੱਥੇ ਅਜਿਹੇ ਚਮਨ ਨੂੰ ਅਸੀਂ ਸਿਰਜ ਲਈਏ ਜਿਸ ਵਿੱਚ ਤੂੰ ਆਜ਼ਾਦੀ ਦੀ ਹਵਾ ਖਾ ਸਕੇ। ਜੇ ਅਸੀਂ ਇਸ ਜੰਗ ਨੂੰ ਫਤਿਹ ਨਾ ਵੀ ਕਰ ਸਕੀਏ ਤਾਂ ਮੇਰੀ ਬੱਚੀ, ਉਸ ਸੱਚ ਲਈ ਲੜ ਰਹੇ ਕਾਫਲੇ ਦੀ ਨਾਇਕ ਬਣਨ ਦੀ ਜ਼ਰੂਰ ਕੋਸ਼ਿਸ਼ ਕਰੀਂ। ਮੈਂ ਕਦੇ ਨਹੀਂ ਚਾਹਾਂਗਾ ਤੂੰ ਸਿੱਖ ਹੋਵੇਂ, ਹਿੰਦੂ ਹੋਵੇਂ ਜਾਂ ਮੁਸਲਮਾਨ ਹੋਵੇ। ਇਸ ਸਭ ਤੋਂ ਉੱਠ ਕੇ ਇਨਸਾਨ ਬਣਨ ਦੀ ਜ਼ਰੂਰ ਕੋਸ਼ਿਸ਼ ਕਰੀਂ। ਦੇਖੀ ਕਿਤੇ ਇਹਨਾਂ ਵੰਡੀਆਂ ਵਿੱਚ ਤੇਰੀ ਇਨਸਾਨੀਅਤ ਨਾ ਵੰਡੀ ਜਾਵੇ। ਮੇਰੀ ਪਿਆਰੀ ਬੱਚੀ, ਇਹ ਸਭ ਕੁਝ ਸ਼ਬਦ ਲੈ ਕੇ ਤੇਰੇ ਜਨਮ 'ਤੇ ਮੈਂ ਤੈਨੂੰ ਮੁਖਾਤਬ ਹੋਇਆ ਹਾਂ। ਉਮੀਦ ਹੈ ਕਬੂਲ ਕਰੇਂਗੀ, ਇਸ ਉੱਪਰ ਅਮਲ ਵੀ ਕਰੇਂਗੀ। ਇਹ ਕੋਈ ਸ਼ਬਦ
ਹੀ ਬੁਨਿਆਦ ਨੇ। ਇਹਨਾਂ ਉੱਪਰ ਆਪਣੀ ਜ਼ਿੰਦਗੀ ਦਾ ਮਹਿਲ ਉਸਾਰ ਲਵੀਂ। ਲੋਕ ਜੰਗ ਦਾ ਸਿਪਾਹੀ ਤੇਰਾ ਪਿਤਾ ਬਲਦੇਵ ਸਿੰਘ ਮਾਨ। ਇਹ 18/9/1986 ਦੀ ਲਿਖੀ ਚਿੱਠੀ ਹੈ। ਅੱਜ ਉਸ ਦੀ ਬੇਟੀ ਜਿਹੜੀ ਉਦੋਂ ਅਣਜੰਮੀ ਸੀ, ਸੋਨੀਆ ਮਾਨ, ਗੱਭਰੂ ਮੁਟਿਆਰ ਹੋ ਚੁੱਕੀ ਹੈ। ਉਹਨੇ ਆਪਣੇ ਬਾਪ ਨੂੰ ਅੱਜ ਚਿੱਠੀ ਦਾ ਜਵਾਬ ਇਉਂ ਮੋੜਿਆ, ਸਾਂਝਾ ਕਰਨਾ ਚਾਹਾਂਗਾ। ਪਿਆਰੇ ਡੈਡੀ, ਤੁਸੀਂ ਮੇਰੇ ਪਾਇਲਟ, ਮੇਰੇ ਨਾਇਕ ਅਤੇ ਮੇਰੇ ਪਿਆਰੇ ਪਿਤਾ ਹੋ। ਮੇਰੇ ਲਈ ਤੁਹਾਡੀ ਧੀ ਬਣਨਾ ਕਿੰਨੇ ਮਾਣ ਵਾਲੀ ਗੱਲ ਹੈ। ਤੁਹਾਡੀ ਸੇਵਾ ਅਤੇ ਕੁਰਬਾਨੀ ਨੂੰ ਕਦੇ ਭੁਲਾਇਆ ਨਹੀਂ ਜਾਵੇਗਾ, ਨਾ ਹੀ ਤੁਹਾਡੀ ਬਹਾਦਰੀ ਅਤੇ ਹਿੰਮਤ ਨੂੰ। ਮੈਂ ਬਹੁਤ ਖੁਸ਼ ਹਾਂ ਕਿ ਤੁਸੀਂ ਕਦੇ ਆਪਣੇ ਵਿੰਗਾਂ ਨੂੰ ਰਿਟਾਇਰ ਨਹੀਂ ਕਰਦੇ। ਇੱਥੋਂ ਤੱਕ ਸਵਰਗ ਵਿੱਚ ਜੇ ਇਹ ਦੂਰ ਨਹੀਂ ਹੁੰਦਾ ਤਾਂ ਮੈਂ ਆਪਣੀਆਂ ਚੀਜ਼ਾਂ ਨੂੰ ਪੈਕ ਕਰਾਂਗੀ ਅਤੇ ਉਸ ਦਿਨ ਤੁਹਾਡੇ ਲਈ ਲੈ ਜਾਵਾਂਗੀ। ਤੁਸੀਂ ਹਮੇਸ਼ਾ ਮੇਰੀ ਪ੍ਰੇਰਨਾ ਵਜੋਂ ਕੰਮ ਕਰਦੇ ਹੋ ਅਤੇ ਉਹ ਵਿਅਕਤੀ ਹੋ ਜੋ ਸਦਾ ਮੇਰਾ ਜਨੂੰਨ ਚਮਕਾਉਂਦਾ ਹੈ। ਮੈਂ ਸਿਰਫ ਤੁਹਾਨੂੰ ਮਾਣ ਮਹਿਸੂਸ ਕਰਾਂਗੀ। ਉਹਨਾਂ ਸੁਪਨਿਆਂ ਦੀ ਪੂਰਤੀ ਲਈ ਯਤਨ ਜਾਰੀ ਰੱਖਾਂਗੀ ਜੋ ਤੁਸੀਂ ਮੇਰੇ ਲਈ ਲਏ ਸੀ, ਜਿਵੇਂ ਤੁਸੀਂ ਆਪਣੀ ਆਖਰੀ ਚਿੱਠੀ ਵਿੱਚ ਮੈਨੂੰ ਕਿਹਾ ਸੀ। ਹਾਲਾਂਕਿ ਕਈ ਸਾਲ ਪਹਿਲਾਂ, ਮੈਂ ਅੱਜ ਵੀ ਆਪਣੀ ਮੰਮੀ ਦੀ ਦੇਖਭਾਲ ਕਰ ਰਹੀ ਹਾਂ। ਮੇਰਾ ਦਿਲ ਅੱਜ ਵੀ ਉਦਾਸੀ ਵਿੱਚ ਦੁਖਦਾ ਹੈ। ਮੇਰੇ ਚੁੱਪ ਹੰਝੂ ਅੱਜ ਵੀ ਵਹਿ ਰਹੇ ਨੇ। ਬੇਸ਼ੱਕ ਡੈਡੀ, ਮੈਂ ਤੁਹਾਨੂੰ ਅਤੇ ਤੁਸੀਂ ਮੈਨੂੰ ਨਹੀਂ ਵੇਖ ਸਕਦੇ, ਪਰ ਤੁਹਾਡੇ ਵੱਲੋਂ ਮੇਰੇ ਨਾਲ ਲਿਖਿਆ ਪੱਤਰ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਪੂੰਜੀ ਹੈ, ਜੋ ਹਮੇਸ਼ਾ ਤੁਹਾਡੇ ਮੇਰੇ ਅੰਗ ਸੰਗ ਹੋਣ ਦਾ ਅਹਿਸਾਸ ਕਰਵਾਉਂਦਾ ਹੈ। ਹਰ ਸਾਲ ਤੁਹਾਡੀ ਯਾਦ ਵਿੱਚ ਹੋਣ ਵਾਲਾ ਸ਼ਹੀਦੀ ਸਮਾਗਮ ਤੁਹਾਡੀ ਮਹਾਨਤਾ ਦੀ ਮੂੰਹ ਬੋਲਦੀ ਤਸਵੀਰ ਹੈ। ਮੈਨੂੰ ਮਾਣ ਹੈ ਕਿ ਮੈਂ ਇੱਕ ਇਨਕਲਾਬੀ ਨਾਇਕ ਦੀ ਬੇਟੀ ਹਾਂ। ਮੇਰਾ ਅੰਤਮ ਸਾਹ ਤੱਕ ਅਸੀਂ ਸੱਚਮੁੱਚ ਵੱਖ ਨਹੀਂ। ਤੁਸੀਂ ਮੇਰੇ ਦਿਲ ਵਿੱਚ ਵਸੋਗੇ ਡੈਡੀ। ਮੇਰੀ ਇਸ ਸੋਚ ਅੱਜ ਵੀ ਤੁਹਾਡੀ ਹੈ ਅਤੇ ਹਮੇਸ਼ਾ ਮੈਂ ਤੁਹਾਨੂੰ ਪਿਆਰ ਕਰਦੀ ਹਾਂ। ਇਹ ਤੁਹਾਡੀ ਪਿਆਰੀ ਧੀ ਸੋਨੀਆ ਮਾਨ ਦੇ ਕੁਝ ਸ਼ਬਦ ਤੁਹਾਡੀ ਸੰਦੀਵੀ ਯਾਦ ਨੂੰ ਸਮਰਪਿਤ ਨੇ। ਇਹ ਦੋਨੇ ਚਿੱਠੀਆਂ ਹਰਭਗਵਾਨ ਸਿੰਘ ਭੀਖੀ, ਜੋ ਇਨਕਲਾਬੀ ਸ਼ਾਇਰ ਵੀ ਹੈ ਅਤੇ ਇਨਕਲਾਬੀ ਕਾਫਲੇ ਦਾ ਇਨਕਲਾਬੀ ਅਣਥੱਕ ਸਿਪਾਹੀ ਵੀ ਹੈ, ਉਹਦੀ ਕਿਤਾਬ ਕੱਲ੍ਹ ਹੀ ਜਿਹੜੀ ਰਿਲੀਜ਼ ਹੋਈ ਹੈ ਉਹਦੇ ਵਿੱਚ ਸ਼ਾਮਲ ਨੇ। ਅਤੇ ਅੱਜ ਤੁਹਾਡੇ ਚਿੱਠੀਆਂ ਸਨਮੁਖ ਕੀਤੀਆਂ ਨੇ। ਸ਼ੁਕਰੀਆ ਦੋਸਤੋ। ਇਹ ਚਿੱਠੀਆਂ ਸਾਡੇ ਲਈ ਇਤਿਹਾਸਕ ਦਸਤਾਵੇਜ਼ ਦਾ ਮੁਕਾਮ ਰੱਖਦੀਆਂ ਨੇ ਔਰ ਇਹ ਚਿੱਠੀਆਂ ਸਮਝਣ ਦੇ ਵਿੱਚ ਸਹਾਈ ਹੁੰਦੀਆਂ ਨੇ ਕਿ ਜਿਹੜੇ ਇਨਕਲਾਬੀ ਲਹਿਰ ਦੇ ਸਿਪਾਹੀ ਹੁੰਦੇ ਨੇ, ਉਹਨਾਂ ਵਾਸਤੇ ਮਨੁੱਖੀ ਜਜ਼ਬੇ ਦੀ ਜੋ ਅਹਿਮੀਅਤ ਹੈ